ਬੈਨੀਪਾਲ ਸ਼ੋਅ ਵਿੱਚ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਤੁਹਾਡਾ ਸਭਨਾਂ ਦਾ ਸਵਾਗਤ ਤੇ ਆਪ ਸਭਨਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਕੁਝ ਅਹਿਮ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਵਿਚਾਰ ਚਰਚਾ ਕਰਨੀ ਆ, ਜਿਨ੍ਹਾਂ ਦੇ ਉੱਤੇ ਖੁੱਲ੍ਹ ਕੇ ਗੱਲਬਾਤ ਕਰਾਂਗਾ। BC ਦੇ ਵਿੱਚ ਵਿਧਾਨ ਸਭਾ ਚੋਣਾਂ ਹੋ ਕੇ ਹਟੀਆਂ ਨੇ ਤੇ ਉਧਰ ਹਾਥਰਸ ਮਾਮਲੇ ਦੀ ਕੱਲ੍ਹ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਵੀ ਹੈ। ਪਾਵਨ ਸਰੂਪ ਗੁੰਮ ਹੋਏ ਰਿਪੋਰਟ ਵੀ ਆਈ, ਪਰ ਉਹਦੇ ਤੋਂ ਬਾਅਦ ਵੀ ਜਥੇਬੰਦੀਆਂ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਵਿੱਚ ਹਾਲੇ ਵੀ ਰੋਸ ਹੈ। ਉਹਦੇ ਮੁਤਲਕ ਵੀ ਜਾਣਕਾਰੀ ਸਾਂਝੀ ਕੀਤੀ ਜਾਏਗੀ। ਅਮਰੀਕਾ ਦੇ ਵਿੱਚ ਹਰ ਵਰੇ ਹਜ਼ਾਰਾਂ ਗੈਰ ਕਾਨੂੰਨੀ ਲੋਕ ਆਉਂਦੇ ਆ ਤੇ ਉਹਨਾਂ ਵਿੱਚੋਂ ਵੱਡੀ ਗਿਣਤੀ ਭਾਰਤੀਆਂ ਦੀ ਵੀ ਹੁੰਦੀ ਹੈ। ਇਹਦੇ ਉੱਤੇ ਇੱਕ ਖਾਸ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨੀ ਹੈ ਤੇ ਇਹਦੇ ਨਾਲ ਵੀ ਕਈ ਹੋਰ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਅੱਜ ਦੇ ਪ੍ਰੋਗਰਾਮ ਦੌਰਾਨ ਮੈਂ ਆਧਾਰ ਬਣਾ ਕੇ ਗੱਲਬਾਤ ਕਰਨੀ ਚਾਹਾਂਗਾ। ਆਓ ਸਭ ਤੋਂ ਪਹਿਲਾਂ 24 ਅਕਤੂਬਰ ਨੂੰ ਦੇਰ ਰਾਤ ਲਗਭਗ 25 ਅਕਤੂਬਰ ਹੋ ਗਈ ਸੀ, ਨਤੀਜੇ ਆਏ, ਪਰ ਇਹ ਨਤੀਜੇ ਹਾਲੇ ਵੀ 6 ਲੱਖ ਵੋਟਾਂ ਗਿਣੀਆਂ ਜਾਣੀਆਂ ਨੇ ਜਿਹੜੀਆਂ ਮੇਲ ਇਨ ਬੈਲਟ ਵਿੱਚ ਗਈਆਂ ਨੇ ਜਾਂ ਕੁਝ ਐਬਸੈਂਟੀ ਵੋਟਸ ਨੇ। ਲਗਭਗ ਨਵੰਬਰ ਦੇ ਪਹਿਲੇ ਜਾਂ ਦੂਜੇ ਹਫ਼ਤੇ ਤੱਕ ਉਮੀਦ ਹੈ ਕਿ ਪੂਰਨ ਤੌਰ ਤੇ, ਕਿਉਂਕਿ 24 ਤਰੀਕ ਤੋਂ 13 ਦਿਨਾਂ ਬਾਅਦ 2 ਹਫ਼ਤੇ ਬਾਅਦ ਅਸਲ ਦੇ ਵਿੱਚ ਨਤੀਜੇ ਆਉਣੇ ਨੇ। ਪਰ ਪਿਛਲੀ ਵਾਰ ਦੇ ਨਾਲੋਂ BC ਦੇ ਵਿੱਚ ਜਿਹੜੀ ਸਰਕਾਰ ਬਣੀ ਸੀ, ਘੱਟ ਗਿਣਤੀ ਸਰਕਾਰ ਸੀ। ਗ੍ਰੀਨ ਪਾਰਟੀ ਨੇ ਸਹਿਯੋਗ ਕੀਤਾ ਹੋਇਆ ਸੀ। NDP ਤੇ ਗ੍ਰੀਨ ਪਾਰਟੀ ਦੀ ਸਾਂਝੀ ਸਰਕਾਰ ਨੇ ਲਗਭਗ 3.5 ਵਰ੍ਹੇ ਸਫਲਤਾਪੂਰਵਕ ਰਾਜ ਕੀਤਾ। ਵਿਰੋਧੀ ਧਿਰ ਦੇ ਵਿੱਚ ਲਿਬਰਲ ਪਾਰਟੀ ਆਫ BC ਸੀ ਤੇ ਇਹ ਸਨੈਪ ਇਲੈਕਸ਼ਨ ਭਾਵ ਅੱਧ ਵਿਚਕਾਰ ਮੱਧਕਾਲੀ ਚੋਣਾਂ ਦਾ ਐਲਾਨ BC ਦੇ ਵਿੱਚ ਕਰ ਦਿੱਤਾ ਗਿਆ ਸੀ। ਬਹੁਤ ਸਾਰੇ ਲੋਕਾਂ ਨੇ ਇਤਰਾਜ਼ ਵੀ ਪ੍ਰਗਟਾਇਆ ਸੀ, ਪਰ ਭਾਵੇਂ ਕੋਈ ਵੀ ਪੋਲੀਟੀਕਲ ਪਾਰਟੀ ਹੋਵੇ, ਉਹ ਅੰਦਰੋਂ ਅੰਦਰੀ ਆਪਣੇ ਪਰ ਤੋਲਦੀ ਰਹਿੰਦੀ ਹੈ। ਉਹ ਦੇਖਦੀ ਹੈ ਕਿ ਕਦੋਂ ਹਵਾ ਸਾਡੇ ਹੱਕ ਤੇ ਪੱਖ ਵਿੱਚ ਹੈ। BC ਦੇ ਮੁੱਖ ਮੰਤਰੀ ਜੌਨ ਹੌਰਗਨ ਨੇ ਕਿਹਾ ਸੀ ਕਿ ਬਹੁਤ ਸਾਰੇ ਫੈਸਲੇ ਸਾਨੂੰ ਕਰਨੇ ਪੈਂਦੇ ਆ, ਘੱਟ ਗਿਣਤੀ ਸਰਕਾਰ ਹੈ, ਪਰ ਦੂਸਰੇ ਪਾਸਿਓਂ ਸਾਨੂੰ ਹੁੰਗਾਰਾ ਨਹੀਂ ਮਿਲਦਾ। ਇਸ ਕਰਕੇ BC ਨੂੰ ਇੱਕ ਮਜ਼ਬੂਤ ਸਰਕਾਰ ਦੀ ਜ਼ਰੂਰਤ ਹੈ। ਪਿਛਲੀ ਵਾਰੀ 41 ਉਹਨਾਂ ਕੋਲ ਸੀਟਾਂ ਸੀ 87 ਦੇ ਵਿੱਚੋਂ। ਇਸ 42ਵੀਂ ਵਿਧਾਨ ਸਭਾ ਦੀ ਚੋਣ ਦੇ ਵਿੱਚ ਉਹਨਾਂ ਨੂੰ 41 ਤੋਂ ਵੱਧ ਕੇ 55 ਸੀਟਾਂ ਦੀ ਪ੍ਰਾਪਤੀ ਹੋ ਗਈ ਹੈ। ਪਰ ਦੂਸਰੇ ਪਾਸੇ BC ਲਿਬਰਲ ਵਾਸਤੇ ਇਹ ਨਮੋਸ਼ੀ ਵਾਲੀ ਹਾਰ ਸੀ। ਹੁਣ ਇਹ ਜਿਹੜੀਆਂ ਚੋਣਾਂ ਹੋਈਆਂ ਨੇ, ਇਹਦੇ ਵਿੱਚ ਬਹੁਤ ਸਾਰੇ ਨਵੇਂ ਲੋਕ ਸੀ, ਕੁਝ ਪੁਰਾਣੇ ਵੀ ਸੀ, ਜਿਨ੍ਹਾਂ ਨੇ ਆਪੋ ਆਪਣੀ ਕਿਸਮਤ ਅਜ਼ਮਾਈ। NDP ਪਾਰਟੀ ਨੇ ਬਹੁਤ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ ਤੇ ਦੂਸਰੀ ਵਾਰ ਜੌਨ ਹੌਰਗਨ ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਚੁਣੇ ਗਏ ਨੇ ਤੇ ਇਹਨਾਂ ਚੋਣਾਂ ਦੇ ਵਿੱਚ 8 ਪੰਜਾਬੀਆਂ ਨੂੰ ਵਿਧਾਇਕ ਚੁਣੇ ਜਾਣ ਦਾ ਮਾਣ ਪ੍ਰਾਪਤ ਹੋਇਆ। ਜਿਹੜੇ ਜੇਤੂ ਰਹੇ ਪੰਜਾਬੀ ਨੇ, ਉਹਨਾਂ ਦੇ ਵਿੱਚ ਜਗਰੂਪ ਬਰਾੜ ਸਰੀ ਫਲੀਟਵੁੱਡ ਹਲਕੇ ਤੇ ਜੇਤੂ ਰਹੇ, ਜਿਨੀ ਸਿਮਸ ਸਰੀ ਪੈਨੋਰਾਮਾ ਹਲਕੇ ਤੋਂ ਜੇਤੂ ਰਹੇ, ਹੈਰੀ ਬੈਂਸ ਸਰੀ ਨਿਊਟਨ ਤੋਂ ਜੇਤੂ ਰਹੇ, ਰਵੀ ਕਾਲੋਂ ਨਾਰਥ ਡੈਲਟਾ ਤੋਂ ਜੇਤੂ ਰਹੇ, ਰਾਜ ਚੌਹਾਨ ਬਰਨਵੀ ਐਡਮੰਡਸ ਤੋਂ ਜੇਤੂ ਰਹੇ ਤੇ ਵਕੀਲ ਅਮਨਦੀਪ ਸਿੰਘ ਰਿਚਮੰਡ ਕੁਈਨਸਬਰੋ ਤੋਂ ਜੇਤੂ ਰਹੇ, ਰਚਨਾ ਸਿੰਘ ਸਰੀ ਗ੍ਰੀਨ ਟਿੰਬਰਸ ਤੋਂ ਜੇਤੂ ਰਹੇ ਅਤੇ ਨਿੱਕੀ ਸ਼ਰਮਾ ਵੈਨਕੂਵਰ ਹੇਸਟਿੰਗਸ ਦੀ ਰਾਈਡਿੰਗ ਦੇ ਵਿੱਚੋਂ ਕੌਂਸਟੀਚੁਐਂਸੀ ਦੇ ਵਿੱਚੋਂ ਜਿੱਤ ਹਾਸਲ ਕਰਨ ਦੇ ਵਿੱਚ ਕਾਮਯਾਬ ਰਹੇ ਹੈ। ਹੁਣ ਬਹੁਤ ਸਾਰੇ ਸੀ, ਉਹ NDP ਪਾਰਟੀ ਵਿੱਚੋਂ ਵੀ, ਲਿਬਰਲ ਪਾਰਟੀ ਵਿੱਚੋਂ ਵੀ ਅਤੇ BC ਵਿਜ਼ਨ ਪਾਰਟੀ ਦੇ ਵਿੱਚੋਂ ਵੀ ਪੰਜਾਬੀ ਉਮੀਦਵਾਰ ਸੀ, ਜਿਨ੍ਹਾਂ ਨੇ ਆਪੋ ਆਪਣੀ ਕਿਸਮਤ ਅਜ਼ਮਾਈ। BC ਦੇ 15 ਚੋਣ ਹਲਕਿਆਂ ਦੇ ਵਿੱਚ 22 ਪੰਜਾਬੀ ਮੂਲ ਦੇ ਉਮੀਦਵਾਰ ਮੈਦਾਨ ਵਿੱਚ ਸਨ। ਇਹਨਾਂ ਵਿੱਚੋਂ 11 ਉਮੀਦਵਾਰ BC NDP ਪਾਰਟੀ, ਜਿਹੜੀ ਪਿਛਲੀ ਵਾਰੀ ਵੀ ਸੱਤਾਧਾਰੀ ਪਾਰਟੀ ਸੀ, ਉਹਨਾਂ ਦੇ ਸੀ। 9 BC ਲਿਬਰਲ ਪਾਰਟੀ ਵੱਲੋਂ ਅਤੇ 2 BC ਵਿਜ਼ਨ ਪਾਰਟੀ ਵੱਲੋਂ ਚੋਣਾਂ ਲੜ ਰਹੇ ਸਨ ਤੇ ਇਹਨਾਂ ਦੇ ਵਿੱਚ 8 ਵਿਅਕਤੀ ਚੋਣ ਜਿੱਤਣ ਦੇ ਵਿੱਚ ਕਾਮਯਾਬ ਹੋਏ ਹੈ ਅਤੇ NDP ਨੂੰ ਮਜ਼ਬੂਤ ਸਰਕਾਰ ਬਣਾਉਣ ਦਾ ਲੋਕ ਫਤਵਾ ਮਿਲਿਆ। ਤੁਹਾਨੂੰ ਦੱਸ ਦਈਏ ਕਿ 2001 ਤੋਂ ਲੈ ਕੇ 2017 ਤੱਕ BC ਲਿਬਰਲ ਪਾਰਟੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਾਜ ਕਰਦੀ ਰਹੀ। ਬਹੁਤ ਸਾਰੇ ਲੋਕਾਂ ਦੇ ਮੁੱਦੇ ਸਨ ਜਿਹੜੇ ਸ਼ਾਇਦ ਲੋਕ ਭੁੱਲੇ ਨਹੀਂ ਕਿ 16-17 ਵਰ੍ਹਿਆਂ ਦੇ ਵਿੱਚ ਉਹਨਾਂ ਨੇ ਉਹ ਵਫਾ ਨਾ ਕੀਤੇ। ਸਰੀ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਬਣ ਕੇ ਉੱਭਰਿਆ ਸੀ ਕਿ ਇੱਥੇ ਹਸਪਤਾਲ ਦੀ ਨਵੇਂ ਦੀ ਜ਼ਰੂਰਤ। ਅੱਜ ਤੋਂ ਨਹੀਂ, ਲਗਭਗ 10-15 ਵਰ੍ਹੇ ਪਹਿਲਾਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ। ਉਸ ਵਕਤ ਜ਼ਮੀਨ ਖਰੀਦ ਲਈ ਗਈ
पर ਜ਼ਮੀਨ ਖਰੀਦੀ BC ਲਿਬਰਲ ਪਾਰਟੀ ਆਖਰਕਾਰ ਵੇਚ ਗਈ ਤਾਂ ਕਿ ਜਿਹੜਾ ਬਜਟ ਬੈਲੈਂਸ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦਾ ਕੰਮ ਕੀਤਾ। ਇੱਥੇ ਜਿਹੜੀ ਇੰਸ਼ੋਰੈਂਸ ਕਰਨ ਵਾਲੀ ਕੰਪਨੀ ਆ ਉਹ ਹੈ ICBC ਦੇ ਵਿਚਕਾਰ ਮੁਨਾਫਾ, ਉਹ ਮੁਨਾਫੇ ਦੀ ਰਕਮ ਚੰਗੀ ਹੁੰਦੀ ਗੱਲ ਕਿ ਜੇਕਰ ਜਿਹੜੇ ਸੇਫ ਡਰਾਈਵਰ ਨੇ ਉਹਨਾਂ ਦੇ ਵਿੱਚ ਵੰਡੀ ਜਾਂਦੀ, ਪਰ ਆਪਣਾ ਬਜਟ ਬੈਲੈਂਸ ਕਰਨ ਦੇ ਵਾਸਤੇ $1.2 ਬਿਲੀਅਨ ICBC ਵਿੱਚੋਂ ਕੱਢ ਕੇ ਮੇਨ ਬਜਟ ਨੂੰ ਬੈਲੈਂਸ ਕਰਨ ਦੇ ਵਾਸਤੇ ਪਾ ਦਿੱਤੇ ਗਏ। ਤੇ ਹੋਰ ਵੀ ਲੋਕਾਂ ਦੇ ਬਹੁਤ ਸਾਰੇ ਮੁੱਦੇ ਸੀ, ਕਈ ਹਸਪਤਾਲ ਬੰਦ ਕਰ ਦਿੱਤੇ ਗਏ, ਕਈ ਸਕੂਲ ਬੰਦ ਕਰ ਦਿੱਤੇ ਗਏ, ਕਈ ਪ੍ਰਾਪਰਟੀਆਂ ਵੇਚ ਦਿੱਤੀਆਂ ਗਈਆਂ। ਉਹ 15-17 ਵਰਿਆਂ ਦਾ ਰਾਜ ਸ਼ਾਇਦ ਲੋਕ ਭੁੱਲੇ ਨਹੀਂ। ਪਿਛਲੀ ਵਾਰੀ ਸੱਤਾ NDP ਨੂੰ ਮਿਲੀ, ਪਰ NDP ਘੱਟ ਗਿਣਤੀ ਸਰਕਾਰ ਸੀ। ਦੁਬਾਰਾ ਚੋਣਾਂ ਹੋਈਆਂ, BC ਲਿਬਰਲ ਪਾਰਟੀ ਨੇ ਵੀ ਧੂਆਂਧਾਰ ਪ੍ਰਚਾਰ ਕੀਤਾ ਕਿ ਹਸਪਤਾਲ ਦੇ ਤੁਹਾਨੂੰ ਲਾਰੇ ਲਾ ਰਹੇ ਨੇ, ਇਹ ਇਕਨੋਮੀ ਨੂੰ ਤਹਿਸ ਨਹਿਸ ਕਰ ਦੇਣਗੇ, ਇਹ ICBC ਦੇ ਵਿੱਚ ਅਸੀਂ ਸੁਧਾਰ ਕਰਾਂਗੇ, ਉਹਦੀ ਮੋਨੋਪੋਲੀ ਤੋੜ ਕੇ ਰੱਖ ਦਿਆਂਗੇ। ਪਰ ਸ਼ਾਇਦ ਲੋਕ ਫਤਵੇ ਦੇ ਅੱਗੇ ਸਿਰ ਝੁਕਾਉਣਾ ਬਣਦਾ। ਲੋਕਾਂ ਨੇ BC ਲਿਬਰਲ ਪਾਰਟੀ ਵੱਲੋਂ ਜਿਹੜਾ ਉਹਨਾਂ ਦਾ ਪਲੇਟਫਾਰਮ ਜਾਰੀ ਕੀਤਾ ਗਿਆ ਸੀ ਉਹਨੂੰ ਨਾ ਪ੍ਰਵਾਨ ਕੀਤਾ, ਨਾ ਮਨਜ਼ੂਰ ਕੀਤਾ ਅਤੇ BC NDP ਨੂੰ ਮਜ਼ਬੂਤ ਸਰਕਾਰ ਬਣਾਉਣ ਦੇ ਵਾਸਤੇ ਉਹਨਾਂ ਦੇ ਹੱਕ ਵਿੱਚ ਫਤਵਾ ਦੇ ਦਿੱਤਾ। ਸੋ ਹੁਣ ਲਗਭਗ ਹਜੇ 10-12 ਦਿਨ ਹੋਰ ਇੰਤਜ਼ਾਰ ਕੀਤਾ ਜਾਏਗਾ। ਸ਼ਾਇਦ 1-2 ਸੀਟਾਂ ਇਸ ਤਰ੍ਹਾਂ ਦੀਆਂ ਹੋ ਸਕਦੀਆਂ ਨੇ ਜਿੱਥੇ ਨਤੀਜੇ ਪ੍ਰਭਾਵਿਤ ਹੋ ਸਕਦੇ ਆ, ਕਿਉਂਕਿ 6 ਲੱਖ ਵੋਟਾਂ ਦੀ ਹਾਲੇ ਗਿਣਤੀ ਹੋਣੀ ਹੈ। ਪਰ ਫਿਰ ਵੀ ਜੇਕਰ 1-2 ਸੀਟਾਂ ਇੱਧਰ ਉੱਧਰ ਵੀ ਹੁੰਦੀਆਂ ਨੇ ਤਾਂ ਵੀ ਬਹੁ ਗਿਣਤੀ ਦੀ ਸਰਕਾਰ, ਇਸ ਵਕਤ ਮਜ਼ਬੂਤ ਸਰਕਾਰ ਜੌਨ ਹੌਰਗਨ ਦੀ ਅਗਵਾਈ ਦੇ ਵਿੱਚ ਇੱਕ ਵਾਰ ਫਿਰ ਤੋਂ NDP ਪਾਰਟੀ ਦੀ ਚੁਣ ਲਈ ਗਈ ਹੈ। ਹੁਣ ਗੱਲ ਕਰਦੇ ਹਾਂ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗੁੰਮ ਹੋ ਗਏ ਸਨ, ਜਿਸ ਦੇ ਕਾਰਨ 5 ਸਿੰਘ ਸਾਹਿਬਾਨਾਂ ਨੇ ਇੱਕ ਮੀਟਿੰਗ ਕੀਤੀ। ਮੀਟਿੰਗ ਕਰਨ ਵਾਲੇ ਸਿੰਘ ਸਾਹਿਬਾਨਾਂ ਦੇ ਵਿੱਚ ਬਲਵੀਰ ਸਿੰਘ ਅਰਦਾਸੀਆ, ਭਾਈ ਮੇਜਰ ਸਿੰਘ, ਭਾਈ ਜੋਗਿੰਦਰ ਸਿੰਘ, ਭਾਈ ਕੋਮਲ ਸਿੰਘ ਅਤੇ ਭਾਈ ਕੁਲਵੰਤ ਸਿੰਘ ਸੀ। ਇਹਨਾਂ ਨੇ ਮੀਟਿੰਗ ਕਰਕੇ ਕਿਹਾ, ਉਹ ਕਹਿੰਦੇ ਗੁਰੂ ਦੀ ਸੰਗਤ ਮੰਗ ਕਰ ਰਹੀ ਹੈ ਕਿ ਜਿਹੜੇ ਲਾਪਤਾ ਜਾਂ ਖੁਰਦ-ਬੁਰਦ ਕੀਤੇ ਸਰੂਪ ਨੇ, ਜਿਨ੍ਹਾਂ ਦੀ ਗਿਣਤੀ 328 ਦੱਸੀ ਜਾ ਰਹੀ ਹੈ, ਕਿ ਘੱਟੋ ਘੱਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਸਪਸ਼ਟ ਤੇ ਕਰਨਾ ਚਾਹੀਦਾ ਹੈ ਕਿ ਉਹ ਪਾਵਨ ਸਰੂਪ ਜਿਹੜੇ ਆਖੇ ਜਾ ਰਹੇ ਨੇ ਕਿ ਗੁੰਮ ਨੇ, ਲਾਪਤਾ ਨੇ ਜਾਂ ਖੁਰਦ-ਬੁਰਦ ਕਰ ਦਿੱਤੇ ਗਏ, ਕਿ ਉਹ ਗਏ ਕਿੱਥੇ ਨੇ। ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲੌਂਗੋਵਾਲ ਸਾਹਿਬ ਇਹ ਆਖ ਚੁੱਕੇ ਨੇ ਕਿ ਉਹ ਕਿਸੇ ਗਲਤ ਹੱਥ ਵਿੱਚ ਨਹੀਂ ਗਏ, ਉਹ ਸੰਗਤਾਂ ਕੋਲ ਗਏ ਹੈ। ਜੇ ਸੰਗਤਾਂ ਕੋਲ ਗਏ ਹੈ, ਕਿਸੇ ਨੇ ਆਪਣੇ ਘਰ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਕਾਸ਼ ਕਰਨ ਦੇ ਵਾਸਤੇ ਜਾਂ ਸੰਗਤ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਕਾਸ਼ ਕਰਨ ਦੇ ਵਾਸਤੇ ਜਾਂ ਕਿਸੇ ਹੋਰ ਧਾਰਮਿਕ ਸੁਸਾਇਟੀ ਨੂੰ ਉਹ ਪਾਵਨ ਸਰੂਪ ਦਿੱਤੇ ਗਏ ਹੈ, ਜਾਂ ਜਿਵੇਂ ਉਹ ਕਹਿੰਦੇ ਨੇ ਕਿ ਲਾਲਚ ਵਸ ਹੋ ਕੇ ਵੇਚੇ ਗਏ ਹੈ, ਘੱਟੋ ਘੱਟ ਸੰਗਤਾਂ ਦੇ ਵਿੱਚ ਜਿਹੜਾ ਦਿਨ ਪ੍ਰਤੀ ਦਿਨ ਇਸ ਵਿਸ਼ੇ ਨੂੰ ਆਧਾਰ ਬਣਾ ਕੇ ਰੋਸ ਵਧਦਾ ਜਾ ਰਿਹਾ ਹੈ, ਵਾਦ ਵਿਵਾਦ ਹੋ ਰਿਹਾ। ਬੀਤੇ ਦਿਨੀ ਕਿਰਪਾਨਾਂ ਚੱਲ ਗਈਆਂ। ਉਹ ਕਹਿੰਦੇ ਘੱਟੋ ਘੱਟ ਹਰਿਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਤੁਹਾਨੂੰ ਪਤਾ ਕਿ ਝੜਪ ਹੋਈ ਹੈ, ਇਹਦੀ ਨਿੰਦਿਆ ਤਾਂ ਕੀਤੀ ਜਾਣੀ ਬਣਦੀ ਹੈ। ਪਰ ਉਹ ਕਹਿੰਦੇ ਸੁਝਾਅ ਦੇ ਰਹੇ ਹਾਂ ਕਿ ਤਖਤ ਸਾਹਿਬਾਨ ਦੇ ਸਿੰਘ ਸਾਹਿਬਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚੀਆਂ ਸੰਗਤਾਂ ਇਸ ਵਿਵਾਦ ਦਾ ਜੇਕਰ ਹੱਲ ਚਾਹੁੰਦੀਆਂ ਨੇ, ਨਿਪਟਾਰਾ ਚਾਹੁੰਦੀਆਂ ਨੇ, ਤਾਂ ਗੱਲਬਾਤ ਇਸ ਮਸਲੇ ਦਾ ਹੱਲ ਹੋ ਸਕਦਾ ਹੈ, ਤਾਂ ਕਿ ਭਵਿੱਖ ਦੇ ਵਿੱਚ ਨਾ ਤਾਂ ਇਹ ਸਰੂਪ ਗੁੰਮ ਹੋਣ, ਨਾ ਇਸ ਤਰ੍ਹਾਂ ਦੀਆਂ ਵਾਰ-ਵਾਰ ਮੰਦਭਾਗੀਆਂ ਘਟਨਾਵਾਂ ਵਾਪਰਨ, ਨਾ ਸੰਗਤਾਂ ਨੂੰ ਇਹਨਾਂ ਦਾ ਇਨਸਾਫ ਲੈਣ ਦੇ ਵਾਸਤੇ ਉੱਥੇ ਮੋਰਚੇ ਲਾਉਣੇ ਪੈਣ। ਉਹ ਕਹਿੰਦੇ ਪੰਥ ਨੂੰ ਸੇਧ ਦੇਣ ਦੀ ਜ਼ਰੂਰਤ ਹੈ, ਪਰ ਪੰਥ ਨੂੰ ਸੇਧ ਦੇਣ ਵਾਲੇ ਪੰਥਕ ਲੀਡਰ ਪੰਥਕ ਰਵਾਇਤਾਂ ਦੇ ਉਲਟ ਜਾ ਕੇ ਅਜਿਹੇ ਅਧਿਕਾਰੀਆਂ ਦੀਆਂ ਨਿਯੁਕਤੀਆਂ ਕਰ ਰਹੇ ਨੇ ਜਿਨ੍ਹਾਂ ਦੇ ਖਿਲਾਫ ਬੀਤੇ ਸਮੇਂ ਦੇ ਦੌਰਾਨ ਗੰਭੀਰ ਦੋਸ਼ ਲੱਗਦੇ ਰਹੇ ਹੈ। ਉਹ ਕਹਿੰਦੇ ਇਸ ਵਿਸ਼ੇ ਦੇ ਉੱਤੇ ਸਮੁੱਚੀ ਸਿੱਖ ਕੌਮ ਅਤੇ ਪੰਥਕ ਲੀਡਰਾਂ ਨੂੰ ਵਿਚਾਰ ਕਰਨ ਦੀ ਜ਼ਰੂਰਤ ਹੈ। ਸ਼ਾਇਦ ਤੁਹਾਨੂੰ ਯਾਦ ਹੋਣਾ ਹੈ, ਪਹਿਲਾਂ ਆਖਿਆ ਗਿਆ ਸੀ ਕਿ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਏਗਾ, ਫੌਜਦਾਰੀ ਕੇਸ ਵੀ ਉਹਨਾਂ ਤੇ ਰਜਿਸਟਰਡ ਹੋਣਗੇ। ਪਰ ਬਾਅਦ ਦੇ ਵਿੱਚ ਨਾ ਕੋਈ FIR, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਯੂਟਰਨ ਮਾਰੀ। ਉਹ ਕਹਿੰਦੇ ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਪਣੀ ਰਵਾਇਤ ਹੈ, ਅਸੀਂ ਆਪਣੇ ਤਰੀਕੇ ਦੇ ਨਾਲ ਆ ਜਿਹੜੇ ਦਰਜਨ ਭਰ ਦੋਸ਼ੀ ਪਾਏ ਗਏ ਵਿਅਕਤੀ ਨੇ, ਕਿਸੇ ਨੂੰ ਨੌਕਰੀਓਂ ਕੱਢ ਦਿੱਤਾ ਗਿਆ, ਫਾਰਗ ਕਰ ਦਿੱਤਾ ਗਿਆ, ਕਿ ਉਹਨਾਂ ਦੇ ਉੱਤੇ ਅਸੀਂ ਆਪਣੇ ਤਰੀਕੇ ਨਾਲ ਕਾਰਵਾਈ ਕਰਾਂਗੇ। ਜੇ ਆਪਣੇ ਤਰੀਕੇ ਨਾਲ ਹੀ ਕਾਰਵਾਈ ਕਰਨੀ ਸੀ ਤੇ ਫਿਰ ਢਿੱਲ ਕਿਉਂ ਕੀਤੀ? ਇਹ ਤਾਂ ਕਈ ਵਰਿਆਂ ਦੀ ਲਗਾਤਾਰ ਸੁਲਗਦੀ ਅੱਗ ਭਾਂਬੜ ਬਣੀ ਹੈ। ਸੋ ਕਿਤੇ ਨਾ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੂੰਗਣੂਆਂ ਤੋਂ ਮਿੱਟੀ ਝਾੜ ਰਹੀ ਹੈ, ਕਿਤੇ ਨਾ ਕਿਤੇ ਵੱਡੇ ਅਧਿਕਾਰੀਆਂ ਨੂੰ ਇਸ ਕਾਰਵਾਈ ਕਰਨ ਦੇ ਵਿੱਚੋਂ ਬਚਾ ਰਹੀ ਹੈ, ਕਿਤੇ ਨਾ ਕਿਤੇ ਇਸੇ ਕਰਕੇ ਸੰਗਤਾਂ ਦੇ ਵਿੱਚ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ। ਪਰ ਕਿੰਨੀ ਦੇਰ
ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਇਆ ਜਾ ਸਕਦਾ ਹੈ। ਕਿਤੇ ਨਾ ਕਿਤੇ ਤੇ ਇਨਸਾਫ ਦੇਣਾ ਪਏਗਾ। ਪਰ ਬੀਤੇ ਦਿਨੀ ਜਿਹੜੀ ਝੜਪ ਹੋਈ ਹੈ ਟਾਸਕ ਫੋਰਸ ਅਤੇ ਸੰਗਤਾਂ ਦੇ ਦਰਮਿਆਨ ਸਤਕਾਰ ਕਮੇਟੀ ਦੇ ਵਰਕਰਾਂ ਦੇ ਵਿਚਕਾਰ ਇਹ ਨਿੰਦਣਯੋਗ ਹੈ। ਇੰਝ ਨਹੀਂ ਹੋਣਾ ਚਾਹੀਦਾ। ਸੋ ਅਗਲੀ ਖਬਰ ਬਹੁਤ ਅਹਿਮ ਹੈ ਤੁਹਾਡੇ ਵਾਸਤੇ, ਸਾਡੇ ਵਾਸਤੇ, ਜਵਾਨੀਆਂ ਵਾਸਤੇ, ਪੰਜਾਬੀਆਂ ਵਾਸਤੇ ਖਾਸ ਕਰਕੇ। ਤੁਹਾਨੂੰ ਪਤਾ ਹੈ ਕਿ ਰੋਜ਼ਾਨਾ ਬਹੁਤ ਸਾਰੇ ਲੋਕ ਨੇ ਜਿਹੜੇ ਕਿਸੇ ਨਾ ਕਿਸੇ ਟਰੈਵਲ ਏਜੰਟ, ਠੱਗ ਏਜੰਟ ਦੇ ਝਾਂਸੇ ਵਿੱਚ ਆਉਂਦੇ ਆ ਅਤੇ ਆਪਣੀ ਜ਼ਿੰਦਗੀ ਲਗਭਗ ਕੁਰਬਾਨ ਕਰਨ ਵਰਗੀ ਗੱਲ ਦਾ ਇੱਕ ਅਹਿਦ ਕਰ ਲੈਂਦੇ ਆ। ਕਾਰਨ ਉਸ ਦੇ ਵੱਖੋ ਵੱਖ ਹੋ ਸਕਦੇ ਨੇ। ਕਾਰਨ ਹੋ ਸਕਦੇ ਨੇ ਕਿ ਸਾਡੀਆਂ ਸਰਕਾਰਾਂ ਸਾਨੂੰ ਆਪਣੇ ਮੁਲਕ ਵਿੱਚ ਸਾਂਭ ਨਾ ਸਕੀਆਂ, ਸਾਡੀਆਂ ਸਰਕਾਰਾਂ ਚੰਗੇ ਸਕੂਲ ਕਾਲਜ ਪੜ੍ਹਾਈ ਦਾ ਪੱਧਰ ਨਾ ਦੇ ਸਕੀਆਂ, ਸਾਡੀਆਂ ਸਰਕਾਰਾਂ ਉੱਥੇ ਸਿਹਤ ਸੰਭਾਲ ਦੇ ਕੋਈ ਬਹੁਤੇ ਪੁਖਤਾ ਪ੍ਰਬੰਧ ਨਾ ਕਰ ਸਕੀਆਂ, ਸਾਡੀਆਂ ਸਰਕਾਰਾਂ ਜਵਾਨੀ ਦੀ ਜਿਹੜੀ ਅਸਲ એનર્ਜੀ ਨੂੰ ਚੰਗੇ ਪਾਸੇ ਯੂਟਿਲਾਈਜ਼ ਕਰ ਨਾ ਸਕੀਆਂ। ਪਰ ਇਹ ਸਾਰੇ ਕੰਮਾਂ ਦੇ ਬਾਵਜੂਦ ਕਈ ਵਾਰੀ ਅਸੀਂ ਆਪਣਾ ਸਾਰਾ ਧਨ ਦੌਲਤ ਕਿਸੇ ਠੱਗ ਵਿਅਕਤੀ ਦੇ ਹੱਥ ਫੜਾ ਕੇ ਆਪਣੀ ਜ਼ਿੰਦਗੀ ਦਾ ਇੱਕ ਸੌਦਾ ਕਰ ਲੈਂਦੇ ਹਾਂ। ਕੋਈ ਅਮਰੀਕਾ ਨੂੰ, ਕੋਈ ਕੈਨੇਡਾ ਨੂੰ, ਤੇ ਕਿਸੇ ਹੋਰ ਮੁਲਕ ਨੂੰ ਆਪੋ ਆਪਣੇ ਚਾਲੇ ਪਾ ਦਿੰਦਾ। ਮੈਂ ਬਹੁਤ ਵਾਰੀ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਜ਼ਿੰਦਗੀਆਂ ਬਹੁਤ ਕੀਮਤੀ ਨੇ, ਕਿਸੇ ਵੀ ਕੀਮਤ 'ਤੇ ਦੁਬਾਰਾ ਨਹੀਂ ਲਿਆਂਦੀਆਂ ਜਾ ਸਕਦੀਆਂ। ਇਸੇ ਤਰ੍ਹਾਂ ਇੱਕ ਰਿਪੋਰਟ ਮਿਲ ਰਹੀ ਹੈ ਕਿ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਕਿੰਨੇ ਭਾਰਤੀਆਂ ਨੂੰ, ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ। ਹਾਲੇ ਕੁਝ ਦਿਨ ਪਹਿਲਾਂ ਹੀ ਕਈ ਦਰਜਨ ਪੰਜਾਬੀ ਸੀ, ਉਹਨਾਂ ਵਿੱਚ ਕਈ ਹੋਰਨਾਂ ਸੂਬਿਆਂ ਦੇ ਵੀ ਸੀ ਜਿਨ੍ਹਾਂ ਨੂੰ ਅਮਰੀਕਾ ਦੇ ਵਿੱਚੋਂ ਡਿਪੋਰਟ ਕੀਤਾ ਗਿਆ। ਹਜੇ 2-3 ਮਹੀਨੇ ਪਹਿਲਾਂ ਵੀ ਲਗਭਗ 150-200 ਵਿਅਕਤੀ ਸੀ ਜਿਨ੍ਹਾਂ ਨੂੰ ਅਮਰੀਕਾ ਦੇ ਵਿੱਚੋਂ ਡਿਪੋਰਟ ਕੀਤਾ ਗਿਆ। ਆਹ ਹੁਣ ਯੂਐਸ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਭਾਵ CBP ਯੂਐਸ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਨੇ ਇਹ ਦੱਸਿਆ ਕਿ ਕੌਮੀ ਪੱਧਰ ਦੇ ਉੱਤੇ ਬੀਤੇ 5 ਸਾਲਾਂ ਦੇ ਦੌਰਾਨ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਸਰਹੱਦ ਨੂੰ, ਬਾਰਡਰ ਨੂੰ ਪਾਰ ਕਰਦੇ ਹੋਏ 26,642 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗੱਲ ਸਤਨਾਮ ਸਿੰਘ ਚਾਹਲ ਜਿਹੜੇ ਕਾਰਜਕਾਰੀ ਡਾਇਰੈਕਟਰ ਨੇ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ, ਜਿਸ ਨੂੰ ਨਾਪਾ ਕਿਹਾ ਜਾਂਦਾ ਹੈ, ਉਹਨਾਂ ਨੇ ਇੱਕ ਜਾਰੀ ਪ੍ਰੈਸ ਬਿਆਨ ਕੀਤਾ ਹੈ। ਇਸ ਪ੍ਰੈਸ ਬਿਆਨ ਦੇ ਵਿੱਚ ਸਰਦਾਰ ਚਾਹਲ ਹੋਰਾਂ ਨੇ ਦੱਸਿਆ ਕਿ ਆਰਟੀਆਈ ਦੇ ਤਹਿਤ ਇਹ ਸੂਚਨਾ ਸਾਨੂੰ ਮਿਲੀ ਹੈ ਅਮਰੀਕਾ ਦੀ ਬਾਰਡਰ ਪੈਟਰੋਲ ਏਜੰਸੀ ਤੋਂ। ਹੁਣ ਇਸ ਸੂਚਨਾ ਦੇ ਮੁਤਾਬਕ ਗੈਰ ਕਾਨੂੰਨੀ ਤੌਰ ਤੇ USA ਵਿੱਚ ਦਾਖਲ ਹੋਣ ਲਈ ਗ੍ਰਿਫਤਾਰ ਕੀਤੇ ਗਏ ਭਾਰਤੀਆਂ ਦੀ ਗਿਣਤੀ ਸਾਲ 2012 ਦੇ ਮੁਕਾਬਲੇ ਲਗਭਗ 4 ਗੁਣਾ ਵਧੀ ਹੈ। ਇਹਦਾ ਮਤਲਬ ਕਿਤੇ ਨਾ ਕਿਤੇ ਅਸੀਂ ਬੀਤੇ ਸਮੇਂ ਤੋਂ ਸਬਕ ਕੋਈ ਨਹੀਂ ਲਿਆ, ਕਿਉਂਕਿ ਲਗਭਗ ਹਰ ਵਰੇ ਬਹੁਤ ਸਾਰੇ ਭਾਰਤੀਆਂ ਨੂੰ, ਪੰਜਾਬੀਆਂ ਨੂੰ ਡਿਪੋਰਟ ਵੀ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਮੈਕਸੀਕੋ ਦੇ ਜੰਗਲਾਂ ਜਾਂ ਰਸਤੇ ਦੇ ਵਿੱਚ ਉਹ ਸਰਹੱਦ ਟੱਪਦੇ ਕਿਸੇ ਗੋਲੀ ਦਾ ਸ਼ਿਕਾਰ ਹੋਇਆ। ਬਹੁਤ ਸਾਰਿਆਂ ਦੀਆਂ ਜਾਨਾਂ ਰਸਤੇ ਵਿੱਚ ਗਈਆਂ ਨੇ। ਇਸ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਕਿ ਸਾਲ 2012 ਵਿੱਚ ਸਿਰਫ 642 ਭਾਰਤੀ ਸੀ ਜਿਨ੍ਹਾਂ ਨੂੰ ਅਮਰੀਕਾ ਦੀ ਸਰਹੱਦ ਪਾਰ ਕਰਦਿਆਂ ਗ੍ਰਿਫਤਾਰ ਕੀਤਾ ਗਿਆ ਸੀ। ਪਰ 2018 ਦੇ ਦੌਰਾਨ US ਬਾਰਡਰ ਪੈਟਰੋਲ ਨੇ 9,234 ਅਤੇ 2019 ਦੇ ਵਿਚਕਾਰ 8,027 ਭਾਰਤੀ ਸੀ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ, ਜਿਹੜਾ ਕਿ ਅੱਜ ਤੱਕ ਦਾ ਸਭ ਤੋਂ ਵੱਡਾ ਅੰਕੜਾ ਸਮਝਿਆ ਜਾ ਰਿਹਾ ਹੈ। US ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਵੱਲੋਂ ਉਹਨਾਂ ਲੋਕਾਂ ਦੀ ਗ੍ਰਿਫਤਾਰੀ ਕੀਤੀ ਜਾਂਦੀ ਹੈ ਜਿਹੜੇ ਬਹੁਤ ਸਾਰੇ ਪੰਜਾਬੀ ਜਾਂ ਭਾਰਤੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਤੇ ਉਹ ਮੈਕਸੀਕੋ ਦੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਨੇ ਅਤੇ ਆਪਣੇ ਦੇਸ਼ ਵਿੱਚ ਅਤਿਆਚਾਰਾਂ ਲਈ ਅਮਰੀਕਾ ਅੰਦਰ ਪਨਾਹ ਲੈਣ ਦਾ ਫਿਰ ਦਾਅਵਾ ਕਰਦੇ ਆ ਕਿ ਉੱਥੇ ਸਾਡੀ ਜਾਨ ਨੂੰ ਖਤਰਾ ਹੈ। ਇਹਨਾਂ ਗੈਰ ਕਾਨੂੰਨੀ ਤੌਰ ਤੇ ਸਰਹੱਦ ਪਾਰ ਕਰਨ ਵਾਲੇ ਭਾਰਤੀਆਂ ਵੱਲੋਂ ਆਪਣੇ ਦੇਸ਼ ਦੇ ਵਿੱਚ ਬਹੁਤ ਸਾਰੇ ਰਾਜਨੀਤਿਕ ਸ਼ਰਨ ਲੈਣ ਲਈ ਯੋਗ ਦਸਤਾਵੇਜ਼ ਪੇਸ਼ ਕਰਦੇ ਨੇ, ਪਰ ਵੱਡੀ ਗਿਣਤੀ ਵਿੱਚ ਇਹਨਾਂ ਵਿੱਚੋਂ ਆਰਥਿਕ ਤੌਰ ਦੇ ਉੱਤੇ ਆਪਣੇ ਆਪ ਨੂੰ ਆਰਥਿਕ ਪ੍ਰਵਾਸੀ ਦੱਸਦੇ ਹੈ। ਇਸ ਪ੍ਰਣਾਲੀ ਨੂੰ ਭਾਂਪਿਆ ਜਾਂਦਾ ਹੈ, ਘੋਖਿਆ ਜਾਂਦਾ ਹੈ, ਕਾਨੂੰਨੀ ਕੇਸਾਂ ਨੂੰ ਧੋਖਾ ਦੇਣ ਦੀ ਗੱਲ ਆਖੀ ਜਾਂਦੀ ਹੈ। ਉਹਨਾਂ ਇਹ ਵੀ ਦੱਸਿਆ ਕਿ ਬਹੁਤ ਸਾਰੇ ਭਾਰਤੀ ਨੇ ਜਿਹੜੇ ਹਰ ਸਾਲ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਦੇ ਵਿੱਚ ਆਉਂਦੇ ਨੇ ਤੇ ਇੱਕ ਮੈਕਸਕਲੀ ਸਰਹੱਦ ਉਸ ਵਾਰਡ ਦੇ ਲਗਭਗ 3 ਮੀਲ ਦਾ ਉਹ ਏਰੀਆ ਜਿੱਥੋਂ ਲੋਕ ਅਮਰੀਕਾ ਦੇ ਵਿੱਚ ਮੈਕਸੀਕੋ ਵਾਲੇ ਪਾਸਿਓਂ ਅੰਦਰ ਐਂਟਰ ਹੋਣ ਦੀ ਕੋਸ਼ਿਸ਼ ਕਰਦੇ ਆ ਤੇ ਮੈਕਸਕਲੀ ਨੂੰ ਇੱਕ ਸੁਰੱਖਿਅਤ ਸਰਹੱਦੀ ਸ਼ਹਿਰ ਮੰਨਿਆ ਜਾਂਦਾ ਹੈ ਕਿ ਇੱਥੋਂ ਦਾਖਲ ਹੋ ਜਾਓ
ਤੇ ਸਾਡੇ ਕੋਲ ਜਿਹੜਾ ਇੱਥੋਂ ਦਾਖਲ ਹੋਊਗਾ ਤੇ ਉਹਦਾ ਅਮਰੀਕਾ ਦੇ ਵਿੱਚ ਦਾਖਲ ਹੋਣ ਦਾ ਹੱਕ ਹੈ ਉਹਦੇ ਕੋਲੇ। ਸ਼ਾਇਦ ਇਹ ਜਿਹੜੀ ਗੱਲ ਹੈ ਜਾਂ ਇਹ ਸਾਡੇ ਦਿਮਾਗ ਦੇ ਵਿੱਚ ਕੁਝ ਠੱਗ ਏਜੰਟਾਂ ਦੇ ਵੱਲੋਂ ਪਾਇਆ ਜਾਂਦਾ ਕਿ ਇਸ ਖੇਤਰ ਦੇ ਵਿੱਚੋਂ, ਇਸ ਇਲਾਕੇ ਦੇ ਵਿੱਚੋਂ ਜੇਕਰ ਅਸੀਂ ਮੈਕਸੀਕੋ ਦਾ ਬਾਰਡਰ ਟੱਪ ਕੇ ਅਮਰੀਕਾ ਵਿੱਚ ਜਾਂਦੇ ਹਾਂ ਤਾਂ ਕੋਈ ਸਮੱਸਿਆ ਨਹੀਂ। ਤੇ ਅਮਰੀਕਾ ਅੰਦਰ ਜਦੋਂ ਆਉਂਦੇ ਆ ਬਹੁਤ ਸਾਰੇ ਲੋਕ ਨੇ ਸਿਆਸੀ ਸ਼ਰਨ ਦੀ ਫਿਰ ਮੰਗ ਕਰਦੇ ਆ ਤੇ ਇਹਨਾਂ ਵਿੱਚੋਂ ਜਿਹੜੇ ਬਹੁਤ ਸਾਰੇ ਬੇਰੁਜ਼ਗਾਰ ਲੋਕ ਆਏ ਹੁੰਦੇ ਨੇ, ਕਈ ਤਾਂ ਕਿਸੇ ਹੋਰ ਲੜਕੀ ਨਾਲ ਵਿਆਹ ਕਰਵਾਉਂਦੇ ਨੇ, ਪਰ ਕਈ ਕਿਸੇ ਨਾ ਕਿਸੇ ਹੋਰ ਤਰੀਕੇ ਨਾਲ ਹੀਲਾ ਵਸੀਲਾ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਸਾਨੂੰ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਮਾਹੌਲ ਖਰਾਬ ਹੈ, ਸਾਡੀ ਜਾਨ ਨੂੰ ਖਤਰਾ ਹੈ। ਪਰ ਇਹ ਜਿੰਨੇ ਵੀ ਲੋਕ ਆਉਂਦੇ ਆ ਉਹ ਲਗਭਗ ਜਿਹੜੀ ਆਪਣੀ ਐਪਲੀਕੇਸ਼ਨ, ਆਪਣੀ ਅਰਜ਼ੀ ਦਾਇਰ ਕਰਦੇ ਆ, ਉਹ ਲਗਭਗ ਇੱਕ ਪਹਿਲੇ ਸਬੂਤਾਂ ਦੇ ਲਗਭਗ ਮਿਲਦੇ ਜੁਲਦੇ ਸਬੂਤ ਪੇਸ਼ ਕਰਦੇ ਆ। ਇਸ ਨੂੰ ਟ੍ਰਾਂਜੈਕਸ਼ਨਲ ਰਿਕਾਰਡ ਐਕਸ ਕਲੀਅਰਿੰਗ ਹਾਊਸ ਭਾਵ TRC ਦੇ ਜਿਹੜੇ ਅੰਕੜੇ ਮਿਲੇ ਨੇ ਉਸ ਦੇ ਮੁਤਾਬਕ ਸਾਲ 2012 ਤੋਂ 2017 ਦੇ ਵਿਚਕਾਰ ਲਗਭਗ 42.2% ਭਾਰਤੀ ਜਿਨ੍ਹਾਂ ਨੇ ਸਿਆਸੀ ਸ਼ਰਨ ਲਈ ਪਰ ਉਹਨਾਂ ਦੇ ਕੇਸ ਰਿਫਿਊਜ਼ ਹੋਏ ਨੇ, ਕੇਸ ਲੈਣ ਤੋਂ ਇਨਕਾਰ ਕੀਤਾ ਗਿਆ ਹੈ। ਗੈਰ ਕਾਨੂੰਨੀ ਤੌਰ ਤੇ ਦਾਖਲ ਹੋ ਚੁੱਕੇ ਭਾਰਤੀਆਂ ਨੂੰ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਜਿਹੜੇ ਉਹ ਸਬੂਤ ਕਿਸੇ ਠੱਗ ਏਜੰਟ ਦੇ ਆਖੇ ਦੇ ਉੱਤੇ ਜਾਂ ਕਿਸੇ ਇਮੀਗ੍ਰੇਸ਼ਨ ਕੰਸਲਟੈਂਟ ਦੇ ਆਖੇ ਤੇ ਪੇਸ਼ ਕਰਦੇ ਆ ਅਮਰੀਕਾ ਸਰਕਾਰ ਦੇ ਅੱਗੇ, ਲਗਭਗ ਉਹ ਉਸੇ ਤਰ੍ਹਾਂ ਦੇ ਸਬੂਤ ਹੁੰਦੇ ਆ ਜਿਨ੍ਹਾਂ ਨੂੰ ਆਧਾਰ ਬਣਾ ਕੇ ਪਹਿਲਾਂ ਕਿਸੇ ਵਿਅਕਤੀ ਨੇ ਆਪਣਾ ਕੇਸ ਪੇਸ਼ ਕੀਤਾ ਹੁੰਦਾ ਤੇ ਉਹਦਾ ਕੇਸ ਵੀ ਖਾਰਜ ਹੋਇਆ ਹੁੰਦਾ। ਇਸ ਕਰਕੇ ਲਗਭਗ 42-43% ਲੋਕਾਂ ਦੇ ਕੇਸ ਰਿਫਿਊਜ਼ ਹੋਏ ਆ। ਸੋ ਇਸ ਕਰਕੇ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਜੇਕਰ ਤੁਸੀਂ ਕੁਆਲੀਫਾਈਡ ਹੋ, ਤੁਸੀਂ ਕਿਸੇ ਨਾ ਕਿਸੇ ਪੁਆਇੰਟ ਸਿਸਟਮ ਦੇ ਵਿੱਚ ਫਿੱਟ ਹੁੰਦੇ ਹੋ, ਤਾਂ ਕੋਈ ਬਹੁਤਾ ਤੁਹਾਨੂੰ ਚਾਰਾਜੋਈ ਕਰਨ ਦੀ ਜ਼ਰੂਰਤ ਨਹੀਂ ਆ। 50-50 ਲੱਖ 70-70 ਲੱਖ ਕਿਸੇ ਠੱਗ ਏਜੰਟ ਨੂੰ ਫੜਾਉਣ ਦੀ ਲੋੜ ਨਹੀਂ। ਇਹ ਪਤਾ ਨਹੀਂ ਕਿ ਉਹ 60-70 ਲੱਖ ਲਾ ਕੇ ਵੀ ਤੁਸੀਂ ਅਮਰੀਕਾ ਵਿੱਚ, ਕੈਨੇਡਾ ਜਾਂ ਕਿਸੇ ਹੋਰ ਮੁਲਕ ਵਿੱਚ ਸ਼ਾਮਲ ਹੋ ਸਕਦੇ ਹੋ, ਐਂਟਰ ਹੋ ਸਕਦੇ ਹੋ। ਜੇ ਐਂਟਰ ਹੋ ਗਏ ਕੀ ਇੱਥੇ ਪੱਕੇ ਹੋ ਸਕਦੇ ਹੋ? ਕਿਉਂਕਿ ਜੇਕਰ ਤੁਸੀਂ ਐਂਟਰ ਹੋ ਵੀ ਜਾਂਦੇ ਹੋ ਤਾਂ ਸਮਝੋ ਤੁਹਾਡੀਆਂ ਖੱਜਲ ਖੁਆਰੀਆਂ ਦੀ ਦਾਸਤਾਨ ਉੱਥੋਂ ਫਿਰ ਦੁਬਾਰਾ ਸ਼ੁਰੂ ਹੁੰਦੀ ਹੈ। ਤੁਹਾਨੂੰ 10-10, 15-15 ਸਾਲ ਕਈ ਵਾਰੀ ਕੇਸ ਅਦਾਲਤਾਂ ਦੇ ਵਿੱਚ ਝਗੜਨੇ ਪੈਂਦੇ ਆ ਤੇ ਆਖਰਕਾਰ ਤੁਹਾਡੇ ਕੇਸ ਰਿਫਿਊਜ਼ ਕਰਕੇ ਤੁਹਾਨੂੰ ਦੇਸ਼ ਨਿਕਾਲੇ ਦੇ ਹੁਕਮ ਸੁਣਾ ਦਿੱਤੇ ਜਾਂਦੇ ਆ। ਸੋ ਸਾਡੀ ਤਾਂ ਅਪੀਲ ਹੈ, ਆਖਰਕਾਰ ਫੈਸਲਾ ਤੁਹਾਡਾ ਆਪਣਾ ਹੈ ਕਿ ਤੁਸੀਂ ਕਿਹੜੇ ਮੁਲਕ ਵਿੱਚ ਆਉਣਾ ਹੈ, ਕਿਵੇਂ ਆਉਣਾ ਹੈ, ਪਰ ਗੈਰ ਕਾਨੂੰਨੀ ਰਾਹ ਨਾ ਅਪਣਾਇਓ। ਇਹ ਜ਼ੋਖਮ ਭਰਿਆ ਰਸਤਾ ਹੈ। ਸੋ ਅਗਲੀ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ ਉਹ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਦੀ ਹੈ। ਤੁਹਾਨੂੰ ਯਾਦ ਹੋਣਾ ਕਿ ਲਗਭਗ 30 ਵਰੇ ਪਹਿਲਾਂ, 3 ਕੁ ਦਹਾਕਿਆਂ ਦਾ ਲਗਭਗ ਸਮਾਂ ਹੋ ਚੱਲਿਆ, ਸਿਟਕੋ ਦੇ JEC ਬਲਵੰਤ ਸਿੰਘ ਮੁਲਤਾਨੀ, ਉਹਨਾਂ ਨੂੰ ਘਰੋਂ ਜ਼ਬਰੀ ਅਗਵਾ ਕੀਤਾ ਜਾਂਦਾ ਹੈ, ਫਿਰ ਉਹਨਾਂ ਨੂੰ ਖਪਾ ਦਿੱਤਾ ਜਾਂਦਾ ਹੈ, ਮਾਰ ਦਿੱਤਾ ਜਾਂਦਾ ਹੈ ਤੇ ਬਾਅਦ ਦੇ ਵਿੱਚ ਇੱਕ ਥਾਣੇ ਦੇ ਵਿੱਚ FIR ਦਰਜ ਕੀਤੀ ਜਾਂਦੀ ਹੈ ਕਿ ਉਹ ਪੁਲਿਸ ਦੀ ਹਿਰਾਸਤ ਦੇ ਵਿੱਚੋਂ ਫਰਾਰ ਹੋ ਗਏ ਆ। ਇਸ ਮਾਮਲੇ ਨੂੰ ਆਧਾਰ ਬਣਾ ਕੇ ਸਾਬਕਾ DGP ਸੁਮੇਧ ਸੈਣੀ ਹੁਣ ਕਤਲ ਦੇ ਦੋਸ਼ਾਂ ਦੇ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹੈ ਤੇ ਸੈਣੀ ਨੂੰ ਪੁਲਿਸ ਜਾਂਚ ਵਿੱਚ ਸ਼ਾਮਲ ਹੋਣ ਦੇ ਵਾਸਤੇ ਜਿਹੜਾ ਸੋਮਵਾਰ ਲੰਘ ਗਿਆ ਉਹਦੇ ਲਈ ਸੱਦਿਆ ਗਿਆ ਸੀ ਤੇ ਜਾਣਕਾਰੀ ਮਿਲੀ ਆ ਕਿ ਆਪਣੇ ਵਕੀਲਾਂ ਦੇ ਸਮੇਤ ਮਟੌਰ ਥਾਣੇ ਦੇ ਵਿੱਚ ਸੁਮੇਧ ਸੈਣੀ ਪਹੁੰਚਿਆ ਤੇ ਪਿਛਲੇ ਦਿਨੀ ਮਟੌਰ ਥਾਣੇ ਦੇ SHO ਵੱਲੋਂ ਸੈਣੀ ਨੂੰ ਜਾਂਚ ਵਿੱਚ ਸ਼ਾਮਲ ਹੋਣ ਦੇ ਵਾਸਤੇ ਕਈ ਨੋਟਿਸ ਭੇਜੇ ਗਏ ਸੀ। ਹੁਣ ਸੁਮੇਧ ਸੈਣੀ ਆਪਣੇ ਵਕੀਲਾਂ ਤੇ ਸੁਰੱਖਿਆ ਅਮਲੇ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਕੱਲ ਸਵੇਰੇ ਲਗਭਗ 11 ਕੁ ਵਜੇ ਮਟੌਰ ਥਾਣੇ ਦੇ ਵਿੱਚ ਪਹੁੰਚਿਆ। ਆਪਣੀ ਇਨੋਵਾ ਗੱਡੀ ਉਸਨੇ ਥਾਣੇ ਦੇ ਬਾਹਰ ਖੜੀ ਕੀਤੀ ਤੇ ਪੈਦਲ ਅੰਦਰ ਚੱਲ ਕੇ ਗਿਆ ਤੇ ਥਾਣੇ ਦੇ ਵਿੱਚ ਸਿੱਟ ਦੇ ਮੁਖੀ SP D ਹਰਮਨਦੀਪ ਸਿੰਘ ਹਾਂਸ, DSP D ਬਿਕਰਮਜੀਤ ਸਿੰਘ ਬਰਾੜ ਅਤੇ ਥਾਣਾ ਮੁਖੀ ਇੰਸਪੈਕਟਰ ਰਾਜੀਵ ਕੁਮਾਰ ਨੇ ਜਾਣਕਾਰੀ ਮੁਤਾਬਕ ਸੁਮੇਧ ਸੈਣੀ ਤੋਂ ਲਗਭਗ 3 ਘੰਟਿਆਂ ਤੱਕ ਪੁੱਛਗਿੱਛ ਕੀਤੀ ਹੈ। ਹਾਲਾਂਕਿ ਇਹ ਪਹਿਲਾ ਨੋਟਿਸ ਨਹੀਂ ਸੀ। ਸੈਣੀ ਨੂੰ ਹੁਣ ਤੱਕ 4 ਵਾਰ ਨੋਟਿਸ ਭੇਜੇ ਗਏ ਆ ਪਰ ਉਹ 2 ਵਾਰ ਸਿੱਟ ਕੋਲ ਪੇਸ਼ ਹੋਏ ਆ। ਇੱਕ ਵਾਰੀ ਉਹਨਾਂ ਨੇ ਬਹਾਨਾ ਲਾਇਆ ਸੀ ਕਿ ਮੈਂ ਲੰਬਾ ਸਫ਼ਰ ਕੀਤਾ ਤੇ ਮੇਰੀ ਲੱਤ ਵਿੱਚ ਦਰਦ ਹੈ। ਬਾਅਦ ਦੇ ਵਿੱਚ ਮੀਡੀਆ ਵੱਲੋਂ ਉਹਨਾਂ ਨੂੰ ਸਵਾਲ ਪੁੱਛੇ ਗਏ ਜਦੋਂ ਬਾਹਰ ਨਿਕਲ ਰਹੇ ਸੀ। ਉਹਨਾਂ ਨੇ ਮੀਡੀਆ ਦਾ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ ਤੇ ਹਾਲੇ ਤੱਕ ਇਸ ਗੱਲ ਦੀ ਵੀ ਕੋਈ ਜਾਣਕਾਰੀ ਨਹੀਂ ਮਿਲ ਸਕੀ ਕਿ ਸੁਮੇਧ ਸੈਣੀ ਨੂੰ ਅੰਦਰ ਕੀ ਪੁੱਛਿਆ ਗਿਆ ਤੇ ਉਹਨਾਂ ਨੇ ਕਿਹੋ ਜਿਹੇ ਜਵਾਬ ਦਿੱਤੇ। ਪਰ ਸੁਮੇਧ ਸੈਣੀ ਆਪ ਨਹੀਂ ਚੱਲ ਕੇ ਆਇਆ। ਤੁਹਾਨੂੰ ਯਾਦ ਹੋਣਾ ਹੈ ਕਿ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਤੁਹਾਨੂੰ ਸਿੱਟ ਨੂੰ ਸਹਿਯੋਗ ਕਰਨਾ ਪਏਗਾ।
ਸੋ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ 4 ਵਾਰ ਨੋਟਿਸ ਭੇਜੇ ਗਏ ਤੇ ਸਿਰਫ 2 ਵਾਰ ਉਹ ਥਾਣੇ ਵਿੱਚ ਪੇਸ਼ ਹੋਇਆ। ਤੇ ਅਗਲੀ ਖਬਰ ਬੜੀ ਮੰਦਭਾਗੀ ਖਬਰ ਹੈ। ਲੱਗਦਾ ਹੈ ਕਿ ਸ਼ਾਇਦ ਲੋਕ ਇਨਸਾਨ ਨਹੀਂ ਹੈਵਾਨ ਬਣ ਚੁੱਕੇ ਹੈ, ਕਿਉਂਕਿ ਇਨਸਾਨ ਤੋਂ ਜ਼ਿਆਦਾ ਖਤਰਨਾਕ ਇਨਸਾਨ ਲਈ ਸ਼ਾਇਦ ਹੋਰ ਕੋਈ ਨਹੀਂ। ਕਿਉਂਕਿ ਜੇਕਰ ਸਾਨੂੰ ਖਤਰਾ ਹੈ ਤਾਂ ਇਨਸਾਨ ਤੋਂ, ਜੇਕਰ ਅਸੀਂ ਬੰਬ ਬੰਦੂਕਾਂ ਤੇ ਹਥਿਆਰ ਬਣਾਇਆ ਤਾਂ ਇਨਸਾਨ ਵਾਸਤੇ, ਜੇਕਰ ਸਾਨੂੰ ਅੱਜ ਤੱਕ ਖਤਰਾ ਮਹਿਸੂਸ ਹੋਇਆ ਸਭ ਤੋਂ ਵੱਡਾ, ਭਾਵੇਂ ਕਿਸੇ ਮੁਲਕ ਤੋਂ ਮੁਲਕ ਨੂੰ ਹੋ ਰਿਹਾ ਹੋਵੇ, ਭਾਵੇਂ ਕਿਸੇ ਗੁਆਂਢੀ ਤੋਂ ਹੋ ਰਿਹਾ ਹੋਵੇ, ਭਾਵੇਂ ਕਿਸੇ ਰਿਸ਼ਤੇਦਾਰ ਤੋਂ ਹੋ ਰਿਹਾ ਹੋਵੇ, ਇਨਸਾਨ ਕਈ ਵਾਰੀ ਮਹਿਸੂਸ ਕਰਦਾ ਕਿ ਮੈਨੂੰ ਕਿਸੇ ਹੋਰ ਤੋਂ ਨਹੀਂ ਆਪਣਿਆਂ ਤੋਂ ਖਤਰਾ ਹੈ, ਭਾਵੇਂ ਇਨਸਾਨੀਅਤ ਤੋਂ ਖਤਰਾ ਹੈ। ਇਸੇ ਤਰ੍ਹਾਂ ਦੀ ਇੱਕ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ, ਉਹ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਹੈ। ਕਿਉਂਕਿ ਜਦੋਂ ਆਪਾਂ ਗੱਲ ਕਰਦੇ ਹਾਂ ਬੀਤੇ ਦਿਨਾਂ ਦੇ ਵਿੱਚ, ਤੁਸੀਂ ਵੇਖੋ ਕਿਤੇ ਖਬਰ ਮਿਲਦੀ ਹੈ ਕਿ ਕਿਸ ਨੇ ਲੁੱਟ ਖੋਹ ਦੇ ਵਾਸਤੇ ਆਪਣੇ ਮਾਂ-ਬਾਪ ਨੂੰ ਜਾਂ ਕਿਸੇ ਭੈਣ ਭਰਾ ਨੂੰ ਜਾਂ ਕਿਸੇ ਰਾਹਗੀਰ ਨੂੰ ਮਾਰ ਮੁਕਾ ਦਿੱਤਾ। ਹਾਥਰਸ ਵਾਲੀ ਘਟਨਾ ਨਹੀਂ ਭੁੱਲੇ ਹੋਣੇ, ਟਾਂਡੇ ਵਾਲੀ ਘਟਨਾ ਨਹੀਂ ਭੁੱਲੇ ਹੋਣੇ। ਕਿੰਨੀਆਂ ਘਟਨਾਵਾਂ ਨੇ ਜਿਸ ਦੇ ਵਿੱਚ ਇਨਸਾਨੀਅਤ ਸ਼ਰਮਸ਼ਾਰ ਹੁੰਦੀ ਰਹੀ ਹੈ। ਭਾਵੇਂ ਇਹ ਸੁਣਿਆ ਕਿ ਜੰਗਲੀ ਜਾਨਵਰ ਇਨਸਾਨ ਦਾ ਸ਼ਿਕਾਰ ਕਰਦੇ ਰਹੇ ਹੈ ਆਪਣੀ ਭੁੱਖ ਮਿਟਾਉਣ ਦੇ ਵਾਸਤੇ, ਪਰ ਆਹ ਖਬਰ ਵੀ ਲਗਭਗ ਇਸੇ ਤਰ੍ਹਾਂ ਦੀ ਹੈ ਕਿ ਲਗਭਗ ਇਨਸਾਨ ਕਿਤੇ ਜੰਗਲੀ ਜਾਨਵਰ ਤਾਂ ਨਹੀਂ ਬਣ ਗਿਆ। ਕਿਉਂਕਿ ਜਾਣਕਾਰੀ ਮਿਲੀ ਹੈ ਕਿ 2017 ਦੇ ਵਿੱਚ ਰੂਸ ਦੇ ਵਿੱਚ ਇੱਕ ਅਜਿਹਾ ਹੀ ਮਾਮਲਾ ਪ੍ਰਕਾਸ਼ ਵਿੱਚ ਆਇਆ ਸੀ। ਦੱਖਣੀ ਰੂਸ ਦੇ ਕ੍ਰਾਸਨੋਦਰ ਸਿਟੀ ਵਿੱਚ ਰਹਿਣ ਵਾਲੇ ਇੱਕ ਪਤੀ ਪਤਨੀ ਨੂੰ ਪੁਲਿਸ ਨੇ ਗ੍ਰਿਫਤਾਰ ਇਸ ਕਰਕੇ ਕੀਤਾ ਸੀ ਕਿਉਂਕਿ ਉਹਨਾਂ ਨੇ 18 ਸਾਲਾਂ ਦੇ ਵਿੱਚ ਲਗਭਗ 30 ਵਿਅਕਤੀਆਂ ਨੂੰ ਮਾਰ ਕੇ ਖਾ ਲਿਆ ਸੀ। ਤੇ ਇਹ ਖੁਦ ਉਹਨਾਂ ਨੇ ਗੱਲ ਕਬੂਲ ਕੀਤੀ ਸੀ। ਜਾਣਕਾਰੀ ਦੇ ਮੁਤਾਬਕ ਦਮਿਤਰੀ ਬਖਸ਼ੀ ਅਤੇ ਉਸਦੀ ਪਤਨੀ ਨਤਾਲੀਆ ਦੋਵੇਂ ਬੜੇ ਚਾਅ ਦੇ ਨਾਲ ਇਨਸਾਨੀ ਮਾਸ ਖਾਂਦੇ। ਦੋਵਾਂ ਨੇ ਆਪਣੇ ਘਰ ਦੇ ਵਿੱਚ ਇੱਕ ਬੇਸਮੈਂਟ ਦੇ ਵਿੱਚ ਇੱਕ ਤਹਿਖਾਨੇ ਦੇ ਵਿੱਚ ਕੁਝ ਸਪੈਸ਼ਲ ਤਰ੍ਹਾਂ ਦਾ ਇੱਕ ਮਟੀਰੀਅਲ ਜਿਹਾ ਤਿਆਰ ਕੀਤਾ ਸੀ, ਜਿੱਥੇ ਉਹ ਆਉਂਦੇ ਆਪਣੇ ਸ਼ਿਕਾਰ ਨੂੰ ਮਾਰ ਕੇ ਲਿਆਉਂਦੇ ਅਤੇ ਫਿਰ ਉਸੇ ਇਨਸਾਨ ਦੇ ਸਰੀਰ ਦੇ ਅੰਗਾਂ ਨੂੰ ਵੱਖੋ ਵੱਖ ਕਰਦੇ ਤੇ ਉਹਦੇ ਨਾਲ ਸੈਲਫੀਆਂ ਖਿੱਚਦੇ। ਪਰ ਪੁਲਿਸ ਨੇ ਜਦੋਂ ਉਹਨਾਂ ਦੇ ਘਰ ਦੀ ਤਲਾਸ਼ੀ ਲਈ ਤਾਂ ਉਹਨਾਂ ਨੂੰ ਘਰ ਦੇ ਵਿੱਚੋਂ ਇੱਕ ਅਚਾਰ ਦਾ ਭਰਿਆ ਮਰਤਮਾਨ ਮਿਲਿਆ, ਇੱਕ ਡੱਬਾ ਮਿਲਿਆ। ਤੇ ਬਾਅਦ ਦੇ ਵਿੱਚ ਉਸ ਮਰਤਮਾਨ ਦੀ ਉਸ ਅਚਾਰ ਦੇ ਜਦੋਂ ਮੁਆਇਨਾ ਕੀਤਾ ਗਿਆ, ਪਤਾ ਲੱਗਿਆ ਕਿ ਮਨੁੱਖੀ ਮਾਸ ਦਾ ਇਹ ਅਚਾਰ ਸੀ। ਪੁਲਿਸ ਇਸ ਮਾਮਲੇ ਦੀ ਜਾਣਕਾਰੀ ਨੂੰ ਕਿਵੇਂ ਇੱਥੇ ਤੱਕ ਪਹੁੰਚੀ, ਇਹ ਆਪਣੇ ਆਪ ਦੇ ਵਿੱਚ ਇੱਕ ਗੱਲ ਬਹੁਤ ਖਾਸ ਤੇ ਅਹਿਮ ਹੈ। ਅਸਲ ਦੇ ਵਿੱਚ ਇੱਕ ਮੋਬਾਈਲ ਫੋਨ ਕਿਸ ਦਾ ਡਿੱਗਿਆ, ਗੁੰਮ ਹੋਇਆ ਤੇ ਉਹ ਪੁਲਿਸ ਦੇ ਹੱਥ ਲੱਗਿਆ ਕਿਉਂਕਿ ਪੁਲਿਸ ਗਸ਼ਤ ਕਰ ਰਹੀ ਸੀ। ਗਸ਼ਤ ਕਰਦੇ ਕਰਦੇ ਪੁਲਿਸ ਨੂੰ ਇੱਕ ਫੋਨ ਬਰਾਮਦ ਹੋਇਆ। ਫੋਨ ਦੀ ਜਾਂਚ ਕੀਤੀ ਗਈ। ਫੋਨ ਦੀ ਫੋਟੋ ਗੈਲਰੀ ਦੇ ਵਿੱਚੋਂ ਇੱਕ ਵਿਅਕਤੀ ਮਨੁੱਖੀ ਸਰੀਰ ਦੇ ਅੰਗਾਂ ਦੇ ਨਾਲ ਸੈਲਫੀਆਂ ਲੈਂਦਾ, ਉਸ ਦੀਆਂ ਫੋਟੋਆਂ ਸਨ। ਇਸ ਤੋਂ ਬਾਅਦ ਪੁਲਿਸ ਨੇ ਤਫਤੀਸ਼ ਕੀਤੀ। ਲੱਭਦੀ ਇਸ ਜੋੜੇ ਦੇ ਘਰ ਤੱਕ ਪੁਲਿਸ ਪਹੁੰਚਣ ਦੇ ਵਿੱਚ ਕਾਮਯਾਬ ਹੋ ਗਈ। ਜਦੋਂ ਘਰ ਦੀ ਤਲਾਸ਼ੀ ਲਈ ਗਈ, ਉਸ ਬੇਸਮੈਂਟ ਦੇ ਵਿੱਚੋਂ ਜਾਂਚ ਦੇ ਦੌਰਾਨ ਲੋਕਾਂ ਦੀਆਂ ਚਮੜੀਆਂ, ਲੋਕਾਂ ਦੀਆਂ ਹੱਡੀਆਂ ਕਾਫੀ ਮਾਤਰਾ ਵਿੱਚ ਬਰਾਮਦ ਹੋਈਆਂ। ਜਦੋਂ ਸਖਤੀ ਨਾਲ ਪੁਲਿਸ ਨੇ ਇਸ ਜੋੜੇ ਤੋਂ ਪੁੱਛਗਿੱਛ ਕੀਤੀ ਤਾਂ ਉਹਨਾਂ ਮੰਨਿਆ ਕਿ ਅਸੀਂ ਸਭ ਤੋਂ ਪਹਿਲੀ ਵਾਰੀ 1999 ਦੇ ਵਿੱਚ ਕਿਸੇ ਵਿਅਕਤੀ ਨੂੰ ਆਪਣਾ ਸ਼ਿਕਾਰ ਬਣਾਇਆ ਤੇ ਉਹਦੇ ਤੋਂ ਬਾਅਦ ਅਸੀਂ ਉਸ ਦਾ ਮਾਸ ਖਾਧਾ ਤੇ ਉਹਦੇ ਤੋਂ ਬਾਅਦ ਲਗਾਤਾਰ ਅਸੀਂ ਇਸ ਕੰਮ ਨੂੰ, ਇਸ ਤਰ੍ਹਾਂ ਦੇ ਕੰਮਾਂ ਨੂੰ ਅੰਜਾਮ ਦਿੰਦੇ ਰਹੇ। ਨਤਾਲੀਆ ਜਿਹੜੀ ਇਸ ਆਦਮੀ ਦੀ ਘਰਵਾਲੀ ਸੀ, ਦਰਅਸਲ ਪੇਸ਼ੇ ਤੋਂ ਉਹ ਨਰਸ ਸੀ। ਪੂਰੇ ਮਾਮਲੇ ਤੋਂ ਬਾਅਦ ਫਿਰ ਇਹ ਖੋਜ ਕੀਤੀ ਗਈ ਕਿ ਕਿਤੇ ਮਾਨਸਿਕ ਰੋਗੀ ਤਾਂ ਨਹੀਂ ਨਤਾਲੀਆ ਜਾਂ ਉਹਦਾ ਘਰਵਾਲਾ। ਬਕਾਇਦਾ ਤੌਰ ਤੇ ਮਨੋਰੋਗ ਦੇ ਟੈਸਟ ਕੀਤੇ ਗਏ। ਟੈਸਟ ਦੇ ਵਿੱਚੋਂ ਇਹ ਗੱਲ ਸਾਹਮਣੇ ਆਈ ਕਿ ਇਹ ਨਰਸ ਨਤਾਲੀਆ, ਰਿਪੋਰਟ ਉਸਦੀ ਬਿਲਕੁਲ ਦਰੁਸਤ ਹੈ। ਗੱਲ ਸਾਫ਼ ਹੋ ਗਈ ਕਿ ਨਤਾਲੀਆ ਪੂਰੀ ਤਰ੍ਹਾਂ ਸਿਹਤਮੰਦ ਹੈ, ਕੋਈ ਮਨੋਰੋਗੀ ਨਹੀਂ। ਆਪਣੀ ਹੋਸ਼ੋ ਹਵਾਸ਼ ਦੇ ਵਿੱਚ ਇਹ ਪਤੀ ਪਤਨੀ ਦੋਵੇਂ ਜਾਣੇ ਕਿਸੇ ਵਿਅਕਤੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦੇ, ਭੁੱਖ ਮਿਟਾਉਣ ਦੇ ਵਾਸਤੇ ਉਸ ਦਾ ਕਤਲ ਕਰਦੇ ਤੇ ਬਾਅਦ ਦੇ ਵਿੱਚ ਉਸ ਦਾ ਮਾਸ ਭੁੰਨ ਕੇ ਖਾਂਦੇ ਤੇ ਕੁਝ ਦਾ ਅਚਾਰ ਬਣਾ ਲੈਂਦੇ। ਇਹਨਾਂ ਦੋਵਾਂ ਨੂੰ ਇਸ ਮਾਮਲੇ ਦੇ ਸਜ਼ਾ ਦਿੱਤੀ ਗਈ। ਦਮਿਤਰੀ ਨੂੰ 12 ਸਾਲ, ਜਦੋਂ ਕਿ ਨਤਾਲੀਆ ਨੂੰ 11 ਵਰ੍ਹਿਆਂ ਦੀ ਸਜ਼ਾ ਸੁਣਾ ਦਿੱਤੀ ਗਈ ਤੇ ਦਮਿਤਰੀ ਦੀ ਇਸੇ ਸਾਲ ਦੇ ਸ਼ੁਰੂ ਦੇ ਵਿੱਚ ਮੌਤ ਹੋ ਗਈ ਸੀ। ਪਰ ਆਪਣੇ ਆਪ ਦੇ ਵਿੱਚ ਮਾਮਲਾ ਬੜਾ ਹੈਰਾਨੀਜਨਕ ਸੀ। ਤੇ ਹੁਣ ਗੱਲ ਕਰਦੇ ਹਾਂ ਹਾਥਰਸ ਵਾਲੇ ਮਾਮਲੇ ਦੀ। ਹਾਥਰਸ ਯੂਪੀ ਦੇ ਵਿੱਚ ਪੈਂਦਾ ਤੇ ਉੱਥੋਂ ਇੱਕ ਸਮੂਹਕ ਜ਼ਬਰ ਜਨਾਹ ਦੀ ਘਟਨਾ ਘਟਣ ਦੀ ਖਬਰ ਦੁਨੀਆ ਭਰ ਦੀਆਂ ਸੁਰਖੀਆਂ ਬਣੀ ਸੀ। ਤੇ ਇਸ ਮਾਮਲੇ ਵਿੱਚ ਭਾਰਤ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਕੱਲ੍ਹ ਨੂੰ ਇੱਕ ਫੈਸਲਾ ਸੁਣਾਉਣ ਜਾ ਰਹੀ ਹੈ।
CGI SA ਬੋਬੜੇ, ਜਸਟਿਸ AS ਬੋਪन्ना ਅਤੇ ਜਸਟਿਸ ਵੀ ਰਾਮਾ ਸੁਬਰਾਮਨੀਅਮ ਦੀ ਬੈਂਚ ਨੇ ਇਸ ਮਾਮਲੇ ਤੇ ਫੈਸਲਾ ਕਰਨਾ ਹੈ। ਇਸ ਤੋਂ ਇਲਾਵਾ ਇਸ ਬੈਂਚ ਨੇ ਇਹ ਵੀ ਤੈਅ ਕਰਨਾ ਹੈ ਕਿ ਉਹ ਮਾਮਲੇ ਦੀ ਨਿਗਰਾਨੀ ਸੁਪਰੀਮ ਕੋਰਟ ਦੇ ਵਿੱਚ ਹੀ ਰੱਖੇ ਜਾਂ ਇਸ ਮਾਮਲੇ ਦੀ ਨਿਗਰਾਨੀ ਦਾ ਅਧਿਕਾਰ ਇਲਾਹਾਬਾਦ ਹਾਈ ਕੋਰਟ ਨੂੰ ਸੌਂਪੇ, ਜਾਂ ਫਿਰ ਮਾਮਲੇ ਦਾ ਜਿਹੜਾ ਟਰਾਇਲ ਹੈ ਦਿੱਲੀ ਟਰਾਂਸਫਰ ਕੀਤਾ ਜਾਵੇ ਜਾਂ ਨਾ ਕੀਤਾ ਜਾਵੇ, ਜਾਂ ਇਹਦੇ ਨਾਲ ਇਹ ਵੀ ਫੈਸਲਾ ਕਰਨਾ ਹੈ ਕਿ ਪੀੜਤ ਲੋਕ ਨੇ ਜਿਹੜੇ ਪਰਿਵਾਰਕ ਉਹਨਾਂ ਨੂੰ ਤੇ ਗਵਾਹਾਂ ਦੀ ਸੁਰੱਖਿਆ ਕੇਂਦਰੀ ਬਲਾਂ ਨੂੰ ਦਿੱਤੀ ਜਾਵੇ ਜਾਂ ਫਿਰ ਯੂਪੀ ਦੇ ਕਿਸੇ ਬਲ ਦੇ ਹਵਾਲੇ ਕੀਤੀ ਜਾਵੇ। ਅਸਲ ਵਿੱਚ ਮਾਨਯੋਗ ਸੁਪਰੀਮ ਕੋਰਟ ਨੂੰ ਪੀੜਤ ਪਰਿਵਾਰ ਨੇ ਅਪੀਲ ਕੀਤੀ ਸੀ ਕਿ ਇਸ ਮਾਮਲੇ ਦਾ ਟਰਾਇਲ ਯੂਪੀ 'ਚ ਨਹੀਂ ਹੋਣਾ ਚਾਹੀਦਾ, ਸਗੋਂ ਦਿੱਲੀ ਦੇ ਵਿੱਚ ਟਰਾਂਸਫਰ ਕੀਤਾ ਜਾਵੇ, ਕਿਉਂਕਿ ਜਨਹਿਤ ਪਟੀਸ਼ਨ ਦਾਇਰ ਕੀਤੀ ਸੀ ਜਿਸ ਦੀ ਜਾਂਚ ਨਿਗਰਾਨੀ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਮੌਜੂਦਾ ਜਾਂ ਕਿਸੇ ਰਿਟਾਇਰਡ ਜੱਜ ਤੋਂ ਕਰਵਾਉਣ ਦੀ ਮੰਗ ਵੀ ਕੀਤੀ ਗਈ ਸੀ। ਇਸ ਪਟੀਸ਼ਨ ਦੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਯੂਪੀ ਦੇ ਵਿੱਚ ਸਾਨੂੰ ਇਹ ਲੱਗਦਾ ਹੈ ਕਿ ਇਸ ਮਾਮਲੇ ਦੀ ਜਿਹੜੀ ਜਾਂਚ ਜਾਂ ਸੁਣਵਾਈ ਉਹ ਨਿਰਪੱਖ ਨਹੀਂ ਹੋ ਸਕੇਗੀ, ਇਸ ਲਈ ਇਹ ਕੇਸ ਦਿੱਲੀ ਟਰਾਂਸਫਰ ਕਰ ਦਿੱਤਾ ਜਾਵੇ। ਹੁਣ ਮਾਨਯੋਗ ਅਦਾਲਤ ਨੇ ਯੂਪੀ ਸਰਕਾਰ ਤੋਂ ਵੀ ਪੁੱਛਿਆ ਸੀ ਕਿ ਸਾਨੂੰ ਇਹ ਦੱਸੋ ਕਿ ਜਿਹੜੇ ਗਵਾਹ ਨੇ, ਜਿਹੜਾ ਪੀੜਤ ਪਰਿਵਾਰ ਹੈ, ਉਹਦੀ ਸੁਰੱਖਿਆ ਦਾ ਇਸ ਵਕਤ ਕੀ ਕੀਤਾ ਹੋਇਆ ਹੈ। ਤਾਂ ਫਿਰ ਯੂਪੀ ਸਰਕਾਰ ਨੇ ਮਾਨਯੋਗ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਗਵਾਹਾਂ ਦੀ ਤੇ ਪੀੜਤ ਪਰਿਵਾਰ ਦੀ 3 ਪੱਧਰੀ ਸੁਰੱਖਿਆ ਦਿੱਤੀ ਹੋਈ ਹੈ। ਹੁਣ ਸ਼ਾਇਦ ਤੁਹਾਨੂੰ ਯਾਦ ਹੋਵੇ ਕਿ 14 ਸਤੰਬਰ ਨੂੰ 20 ਵਰ੍ਹਿਆਂ ਦੀ ਇੱਕ ਲੜਕੀ ਨਾਲ ਸਮੂਹਕ ਜ਼ਬਰ ਜਨਾਹ ਦੀ ਘਟਨਾ ਸਾਹਮਣੇ ਆਈ ਸੀ। ਉਸ ਤੇ ਇਹ ਵੀ ਪਤਾ ਲੱਗਿਆ ਸੀ ਕਿ ਕੁੱਟਮਾਰ ਕਰਕੇ ਉਸ ਦੀ ਰੀੜ੍ਹ ਦੀ ਹੱਡੀ ਤੱਕ ਤੋੜ ਦਿੱਤੀ ਗਈ ਅਤੇ ਪਰਿਵਾਰ ਨੇ ਇੱਥੋਂ ਤੱਕ ਵੀ ਇਲਜ਼ਾਮ ਲਾਇਆ ਸੀ ਕਿ ਉਸ ਦੀ ਜੀਭ ਤੱਕ ਕੱਟ ਦਿੱਤੀ ਗਈ ਤੇ ਬਾਅਦ ਦੇ ਵਿੱਚ ਪੀੜਤਾ ਦਾ ਦਿੱਲੀ ਦੇ ਸਫਦਰਜੰਗ ਹਸਪਤਾਲ ਦੇ ਵਿੱਚ ਉਸ ਦੀ ਮੌਤ ਹੋ ਗਈ ਸੀ, ਉਸਨੇ ਦਮ ਤੋੜ ਦਿੱਤਾ ਸੀ। ਤੇ ਬਾਅਦ ਦੇ ਵਿੱਚ ਇਸ ਤੋਂ ਵੀ ਜਿਹੜੀ ਘਿਨਾਉਣੀ ਹਰਕਤ ਹੋਈ ਸੀ ਕਿ ਮਾਂ-ਬਾਪ ਅਤੇ ਉਸਦੇ ਪਰਿਵਾਰ ਦੀ ਬਗੈਰ ਪਰਮਿਸ਼ਨ ਤੋਂ, ਆਗਿਆ ਤੋਂ ਉਸ ਦਾ ਪੋਸਟਮਾਰਟਮ ਵੀ ਕੀਤਾ ਗਿਆ। ਉਹਨਾਂ ਦੇ ਬਗੈਰ ਆਗਿਆ ਲੈਣ ਤੋਂ ਉਸ ਬੱਚੀ ਦਾ ਅੱਧੀ ਰਾਤ ਪਹਿਰ ਦੇ ਤੜਕੇ ਲਗਭਗ ਸੰਸਕਾਰ ਵੀ ਕਰ ਦਿੱਤਾ ਗਿਆ ਸੀ। ਸੋ ਇਹਦੇ ਤੋਂ ਬਾਅਦ ਪੂਰੇ ਮੁਲਕ ਦੇ ਵਿੱਚ ਰੋਸ ਦੀ ਲਹਿਰ ਦੌੜ ਗਈ ਸੀ। ਯੂਪੀ ਸਰਕਾਰ ਨੂੰ ਲੋਕਾਂ ਨੇ ਕਟਹਿਰੇ ਵਿੱਚ ਖੜਾ ਕਰ ਦਿੱਤਾ। ਸਾਰੀਆਂ ਸਿਆਸੀ ਪਾਰਟੀਆਂ ਵੀ ਇਸ ਮਾਮਲੇ ਵਿੱਚ ਕੁੱਦ ਉੱਠੀਆਂ ਸਨ ਕਿ ਇਹ ਜਾਇਜ਼ ਨਹੀਂ ਹੋਇਆ। ਉਹਦੇ ਤੋਂ ਬਾਅਦ ਮਾਨਯੋਗ ਸੁਪਰੀਮ ਕੋਰਟ ਨੇ ਵੀ, ਇਲਾਹਾਬਾਦ ਹਾਈ ਕੋਰਟ ਨੇ ਵੀ ਆਪਣੇ ਆਪ ਇਸ ਮਾਮਲੇ ਦੇ ਉੱਤੇ ਗੰਭੀਰਤਾ ਦਿਖਾਈ ਸੀ ਤੇ ਪਹਿਲਾਂ ਇੱਕ ਕਮੇਟੀ ਬਣਾਈ ਗਈ ਸੀ ਤੇ ਉਹਦੇ ਤੋਂ ਬਾਅਦ ਇਹ ਜਾਂਚ ਦਾ ਜ਼ਿੰਮਾ CBI ਦੇ ਹਵਾਲੇ ਕਰ ਦਿੱਤਾ ਗਿਆ ਸੀ। ਪਰ ਬਾਅਦ ਦੇ ਵਿੱਚ ਜਿਹੜੇ ਗ੍ਰਿਫਤਾਰ ਕੀਤੇ ਗਏ ਨੌਜਵਾਨ ਸਨ, ਉਹਨਾਂ ਵਿੱਚੋਂ ਇੱਕ ਨੇ ਇਹ ਕਿਹਾ ਸੀ ਕਿ ਇਹ ਮਾਮਲੇ ਨੂੰ ਤੂਲ ਜਾਂ ਰੰਗਤ ਗਲਤ ਦਿੱਤੀ ਜਾ ਰਹੀ ਹੈ। ਉਸਨੇ SP ਦੇ ਨਾਮ ਇੱਕ ਚਿੱਠੀ ਲਿਖੀ ਸੀ ਤੇ ਬਾਅਦ ਦੇ ਵਿੱਚ ਇਹ ਵੀ ਖੁਲਾਸਾ ਹੋ ਗਿਆ ਸੀ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੇ ਵਿੱਚੋਂ ਇੱਕ ਤਾਂ ਨਾਬਾਲਗ ਹੈ। ਜਦੋਂ CBI ਉਸ ਵਿਅਕਤੀ ਦੇ ਘਰ ਜਾਂਚ ਪੜਤਾਲ ਕਰਨ ਗਈ ਤਾਂ ਇੱਕ ਮਾਰਕ ਸ਼ੀਟ ਉਹਦੇ ਘਰ ਦੇ ਵਿੱਚੋਂ ਮਿਲੀ ਸੀ ਜਿਸ ਦੇ ਉੱਤੇ ਡੇਟ ਆਫ ਬਰਥ ਲਿਖੀ ਹੋਈ ਸੀ, ਜਿਸ ਤੋਂ ਲੱਗਦਾ ਸੀ ਕਿ ਜਿਸ ਦਿਨ ਉਸ ਨੌਜਵਾਨ ਨੂੰ ਫੜਿਆ ਗਿਆ ਉਹ ਨਾਬਾਲਗ ਸੀ। ਪਰ ਨਾਬਾਲਗ ਦਾ ਨਾਮ ਰਿਲੀਜ਼ ਨਹੀਂ ਕੀਤਾ ਜਾ ਸਕਦਾ, ਨਾਮ ਵੀ ਰਿਲੀਜ਼ ਕੀਤਾ ਗਿਆ। ਉਹ ਜਿਹੜੇ ਬਾਲਗ ਲੋਕ ਸੀ ਉਹਨਾਂ ਦੇ ਨਾਲ ਹੀ ਉਸ ਨੂੰ ਹਿਰਾਸਤ ਵਿੱਚ ਰੱਖਿਆ ਗਿਆ। ਇਸ ਗੱਲ ਨੂੰ ਲੈ ਕੇ ਵੀ ਯੂਪੀ ਸਰਕਾਰ ਤੋਂ ਅਤੇ ਯੂਪੀ ਦੀ ਪੁਲਿਸ ਤੋਂ CBI ਨੇ ਪੁੱਛ ਪੜਤਾਲ ਕੀਤੀ ਸੀ ਕਿ ਸਾਨੂੰ ਦੱਸੋ ਕਿ ਤੁਸੀਂ ਪੁੱਛ ਨਹੀਂ ਕੀਤੀ, ਪੜਤਾਲ ਨਹੀਂ ਕੀਤੀ ਕਿ ਬੰਦਾ ਬਾਲਗ ਵੀ ਹੈ ਜਾਂ ਨਾਬਾਲਗ ਹੈ। ਜੋ ਵੀ ਹੈ, ਇਹ ਮਾਮਲੇ ਨੇ ਕਾਫੀ ਤੂਲ ਫੜੀ ਤੇ ਆਉਣ ਵਾਲੇ ਦਿਨਾਂ ਵਿੱਚ ਵੇਖਦੇ ਹਾਂ ਕਿ ਇਹ ਮਾਮਲਾ ਹੋਰ ਕਿਹੜੀ ਰੰਗਤ ਫੜਦਾ ਹੈ। ਸੋ ਉਮੀਦ ਕਰ ਰਿਹਾ ਕਿ ਦੋਸਤੋ ਤੁਹਾਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਸੋ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤੇ ਲਾਈਕ ਤੇ ਸ਼ੇਅਰ ਕਰਨ ਦੀ ਜ਼ਰੂਰ ਕੋਸ਼ਿਸ਼ ਕਰਿਓ, ਤੁਹਾਡੇ ਧੰਨਵਾਦੀ ਹੋਵਾਂਗੇ। ਅਤੇ ਜੇਕਰ ਤੁਸੀਂ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਰੋਜ਼ਾਨਾ ਦੀ ਗੱਲਬਾਤ ਤੇ ਆਪਣਾ ਰਾਬਤਾ ਬਰਕਰਾਰ ਰਹੇ। ਤੇ ਹੁਣ ਸਮਾਂ ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ੍ਰੀ ਅਕਾਲ ਤੇ ਰੱਬ ਰਾਖਾ।